ਸ਼੍ਰੀ ਅਕਾਲ ਜੀ। ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਖੁਸ਼ਖਬਰੀ, ਕਰਜ਼ਾ ਉਤਾਰਨ ਦੀ ਮਿਆਦ ਕੀਤੀ ਗਈ 30 ਸਾਲ। ਸਿਆਸਤਦਾਨਾਂ ਨੂੰ ਧਮਕੀਆਂ ਦੇਣ ਵਾਲਿਆਂ ਦੀ ਨਹੀਂ ਹੋਵੇਗੀ ਖੈਰ, ਅਦਾਲਤੀ ਫਰਮਾਨ ਹੋਣਗੇ ਜਾਰੀ ਜਾਂ ਫਿਰ $1500 ਜੁਰਮਾਨਾ। ਬਰੈਂਪਟਨ ਰੋਡ ਰੇਜ ਮਾਮਲੇ ਦਾ ਮੁੱਖ ਦੋਸ਼ੀ ਹਜੇ ਵੀ ਫਰਾਰ, ਹਰਮਨ ਸਿੰਘ ਦੀ ਤਲਾਸ਼ ਵਿੱਚ ਜੁਟੀ ਪੀਲ ਪੁਲਿਸ। ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਲੈ ਕੇ ਸਰਕਾਰ ਦਾ ਐਲਾਨ, ਬਜਟ 2024 ਦੇ ਰਾਹੀਂ ਕੀਤਾ ਜਾ ਰਿਹਾ ਹੈ $25 ਮਿਲੀਅਨ ਦਾ ਨਿਵੇਸ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਰਿਹਾਇਸ਼ ਦੀ ਸਮਰੱਥਾ ਬਾਰੇ ਨਵੀਂ ਘੋਸ਼ਣਾ ਕੀਤੀ ਹੈ। ਫੈਡਰਲ ਸਰਕਾਰ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਵਾਸਤੇ ਨਵੇਂ ਘਰਾਂ ਦੀ ਖਰੀਦ ਤੇ ਮਾਰਗੇਜ ਕਰਜ਼ਾ ਉਤਾਰਨ ਦੀ ਮਿਆਦ 30 ਸਾਲ ਕਰ ਰਹੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਟੋਰਾਂਟੋ ਵਿੱਚ ਐਲਾਨ ਕਰਦਿਆਂ ਕਿਹਾ ਕਿ ਇਹ ਤਬਦੀਲੀ 1 ਅਗਸਤ ਤੋਂ ਪ੍ਰਭਾਵੀ ਹੋਵੇਗੀ। ਫੈਡਰਲ ਸਰਕਾਰ ਫਸਟ ਟਾਈਮ ਹੋਮ ਬਾਇਰਜ਼ ਵਾਸਤੇ ਨਵੇਂ ਘਰਾਂ ਦੀ ਖਰੀਦ ਤੇ ਮਾਰਗੇਜ ਕਰਜ਼ਾ ਉਤਾਰਨ ਦੀ ਮਿਆਦ 30 ਸਾਲ ਤੱਕ ਕਰ ਰਹੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬੀਤੇ ਦਿਨੀ ਐਲਾਨ ਕਰਦਿਆਂ ਕਿਹਾ ਕਿ ਇਹ ਤਬਦੀਲੀ 1 ਅਗਸਤ ਤੋਂ ਪ੍ਰਭਾਵੀ ਹੋਵੇਗੀ। ਫਰੀਲੈਂਡ ਨੇ ਕਿਹਾ ਕਿ ਅਮੋਰਟਾਈਜ਼ੇਸ਼ਨ ਨੂੰ ਵਧਾਉਣ ਨਾਲ ਆਪਣਾ ਪਹਿਲਾ ਘਰ ਖਰੀਦਣ ਵਾਲੇ ਕੈਨੇਡੀਅਨਜ਼ ਲਈ ਮਹੀਨਾਵਾਰ ਮਾਰਗੇਜ ਭੁਗਤਾਨ ਵਧੇਰੇ ਕਿਫਾਇਤੀ ਹੋਣਗੇ। ਮੌਜੂਦਾ ਨਿਯਮਾਂ ਅਨੁਸਾਰ ਜੇ ਘਰ ਖਰੀਦਣ ਸਮੇਂ ਡਾਊਨ ਪੇਮੈਂਟ ਘਰ ਦੀ ਕੀਮਤ ਦੇ 20% ਤੋਂ ਘੱਟ ਹੁੰਦੀ ਹੈ ਤਾਂ ਖਰੀਦਦਾਰ ਨੂੰ ਮਾਰਗੇਜ ਕਰਜ਼ਾ 25 ਸਾਲ ਦੇ ਅੰਦਰ ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਉਤਾਰਨਾ ਪੈਂਦਾ ਹੈ। ਫਰੀਲੈਂਡ ਨੇ ਇਹ ਵੀ ਐਲਾਨਿਆ ਹੈ ਕਿ ਪਹਿਲੀ ਵਾਰੀ ਘਰ ਖਰੀਦਣ ਵਾਲੇ ਆਪਣੇ RRSP ਖਾਤਿਆਂ ਚੋਂ $35,000 ਦੀ ਬਜਾਏ $60,000 ਤੱਕ ਵਰਤ ਸਕਦੇ ਨੇ। ਇਹ ਤਬਦੀਲੀ 16 ਅਪ੍ਰੈਲ ਨੂੰ ਫੈਡਰਲ ਬਜਟ ਪੇਸ਼ ਹੋਣ ਵਾਲੇ ਦਿਨ ਤੋਂ ਹੀ ਲਾਗੂ ਕਰ ਦਿੱਤੀ ਜਾਵੇਗੀ। The tax-free first home savings account allows Canadians to contribute up to $40,000 towards the purchase of their first home. Like an RRSP, contributions are tax deductible. And like a TFSA, withdrawals to purchase a first home are non-taxable. It is tax-free in, tax-free out. Today, only a year after the launch, I am really glad to announce that more than 750,000, 750,000 of Canadians have opened a tax-free first home savings account. This account is making a real difference for Canadians, and it is clear that younger Canadians want to buy a first home of their own, and they are saving their hard-earned dollars to turn that dream into a reality. Another program our government has in place to help Canadians pull together a down payment is the Home Buyers Plan. It allows Canadians to withdraw funds from their RRSP to buy their first home. We're also giving Canadians an extra 3 years to repay the amount they withdraw under the Home Buyers Plan. Canadians who made withdrawals anytime between January 1st, 2022 through to December 31st, 2025 will now have a full 5 years before they need to start repayment, so they can focus on their mortgage payments and other costs. Once you've saved for that first down payment, the next step to owning a home is qualifying for a mortgage. And a big part of qualifying for a mortgage is ensuring you can pay the monthly costs that come with it. For many younger Canadians, these costs are a significant barrier to home ownership. That's why today we're announcing new enhancements to the Canadian Mortgage Charter. ਦੱਸ ਦਈਏ ਕਿ ਜਿਹੜੇ ਲੋਕਾਂ ਨੇ 1 ਜਨਵਰੀ 2022 ਅਤੇ 31 ਦਸੰਬਰ 2025 ਦੇ ਵਿਚਾਲੇ ਪੈਸੇ ਕਢਵਾਏ ਨੇ ਜਾਂ ਕਢਵਾਉਣਗੇ, ਉਹਨਾਂ ਨੂੰ ਇਸ ਦੇ ਮੁੜ ਭੁਗਤਾਨ ਸ਼ੁਰੂ ਕਰਨ ਲਈ ਵੀ ਵਧੇਰੇ ਸਮਾਂ ਦਿੱਤਾ ਜਾ ਰਿਹਾ ਹੈ। ਯਾਨੀ ਕਿ 2 ਸਾਲ ਦੀ ਬਜਾਏ ਹੁਣ ਉਹਨਾਂ ਦੇ ਕੋਲ 5 ਸਾਲ ਤੱਕ ਦਾ ਸਮਾਂ ਹੈ। ਕੈਨੇਡੀਅਨ ਹੋਮ ਬਿਲਡਰ ਐਸੋਸੀਏਸ਼ਨ ਪਿਛਲੇ ਲੰਬੇ ਸਮੇਂ ਤੋਂ ਇਹ ਮਿਆਦ ਵਧਾਉਣ ਦੀ ਮੰਗ ਕਰ ਰਹੀ ਸੀ ਤਾਂ ਕਿ 5 ਸਾਲ ਦੀ ਹੋਰ ਮਿਆਦ ਵਧਣ ਨਾਲ ਲੋਕਾਂ ਦੀ ਮਹੀਨਾਵਾਰ ਕਿਸ਼ਤ ਘਟ ਜਾਵੇਗੀ ਅਤੇ ਘਰ ਖਰੀਦਣਾ ਆਸਾਨ ਹੋ ਜਾਵੇਗਾ। ਇਸ ਨਾਲ ਘਰਾਂ ਦੀ ਉਸਾਰੀ ਨੂੰ ਵੀ ਹੁਲਾਰਾ ਮਿਲੇਗਾ। ਸਰਕਾਰ ਨੇ ਕੈਨੇਡੀਅਨ ਮਾਰਗੇਜ ਚਾਰਟਰ ਵਿੱਚ ਵੀ ਤਬਦੀਲੀਆਂ ਦਾ ਐਲਾਨ ਕੀਤਾ ਹੈ। ਮਾਰਗੇਜ ਚਾਰਟਰ ਤਹਿਤ ਕਰਜ਼ਾ ਦੇਣ ਵਾਲੇ ਅਦਾਰੇ ਉਹਨਾਂ ਮਾਰਗੇਜ ਧਾਰਕਾਂ ਲਈ ਅਮੋਰਟਾਈਜ਼ੇਸ਼ਨ ਮਿਆਦ ਤੇ ਅਸਥਾਈ ਐਕਸਟੈਂਸ਼ਨ ਪ੍ਰਦਾਨ ਕਰਦੇ ਨੇ ਜੋ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਫਰੀਲੈਂਡ ਨੇ ਬੀਤੇ ਦਿਨੀ ਕਿਹਾ ਕਿ ਇਸ ਅਸਥਾਈ ਉਪਾਅ ਨੂੰ ਹੁਣ ਸਥਾਈ ਬਣਾਇਆ ਜਾ ਰਿਹਾ ਹੈ।
ਸਿਆਸਤਦਾਨਾਂ ਜਾਂ ਫਿਰ ਸਰਕਾਰੀ ਅਧਿਕਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਕਿਉਂਕਿ ਸਰਕਾਰ ਨੇ ਕਿਊਬੈਕ ਦੇ ਲੈਜਿਸਲੇਚਰ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਿਊਬੈਕ ਦੇ ਸਿਆਸਤਦਾਨਾਂ ਨੂੰ ਤੰਗ ਕਰਨ ਜਾਂ ਧਮਕੀ ਦੇਣ ਵਾਲੇ ਲੋਕਾਂ ਨੂੰ ਛੇਤੀ ਹੀ ਅਦਾਲਤੀ ਫਰਮਾਨ ਜਾਰੀ ਹੋਣਗੇ ਜਾਂ ਫਿਰ ਉਹਨਾਂ ਨੂੰ $1500 ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਊਬੈਕ ਦੇ ਲੈਜਿਸਲੇਚਰ ਵਿੱਚ ਪੇਸ਼ ਕੀਤੇ ਗਏ ਨਵੇਂ ਬਿੱਲ ਨੂੰ ਅਪਣਾਉਣ ਤੋਂ ਬਾਅਦ ਕਿਊਬੈਕ ਦੇ ਸਿਆਸਤਦਾਨਾਂ ਨੂੰ ਤੰਗ ਕਰਨ ਜਾਂ ਧਮਕੀ ਦੇਣ ਵਾਲੇ ਲੋਕਾਂ ਨੂੰ ਛੇਤੀ ਹੀ ਅਦਾਲਤੀ ਫਰਮਾਨ ਜਾਂ $1500 ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਊਨਿਸਪਲ ਅਫੇਅਰਜ਼ ਮੰਤਰੀ ਐਂਡਰੀ ਲਾਫੋਰੈਸਟ ਨੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਦਾ ਉਦੇਸ਼ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਅਕਸਰ ਅਨੁਭਵ ਕੀਤੇ ਜਾਣ ਵਾਲੇ ਮਾੜੇ ਮਾਹੌਲ ਨੂੰ ਖਤਮ ਕਰਨਾ ਹੈ। ਉਹਨਾਂ ਨੇ ਕਿਊਬੈਕ ਸਿਟੀ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 40 ਪੰਨਿਆਂ ਤੋਂ ਵੱਧ ਦੇ ਇਸ ਬਿੱਲ ਵਿੱਚ ਧਮਕੀ ਭਰੇ ਵਿਵਹਾਰ ਨੂੰ ਰੋਕਣ ਲਈ ਉਪਾਅ ਸ਼ਾਮਿਲ ਕੀਤੇ ਗਏ ਨੇ ਅਤੇ ਇਸ ਬਿੱਲ ਦੀ ਵਰਤੋਂ ਰਾਜਨੀਤਿਕ ਵਿਰੋਧ ਨੂੰ ਦਬਾਉਣ ਲਈ ਕੀਤੇ ਜਾਣ ਦੇ ਖਦਸ਼ੇ ਨੂੰ ਲੈ ਕੇ ਫਿਕਰਮੰਦ ਨਹੀਂ ਹਨ। ਉਹਨਾਂ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਧਮਕੀ ਭਰੀਆਂ ਟਿੱਪਣੀਆਂ ਅਤੇ ਹਿੰਸਕ ਟਿੱਪਣੀਆਂ ਨੂੰ ਰੋਕਿਆ ਜਾਵੇ। ਕਿਊਬੈਕ ਦੀਆਂ ਮਿਊਨਿਸਪੈਲਿਟੀਜ਼ ਯੂਨੀਅਨ ਦੁਆਰਾ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 74% ਚੁਣੇ ਗਏ ਮਿਊਨਿਸਪਲ ਅਧਿਕਾਰੀਆਂ ਨੇ ਤੰਗ ਪਰੇਸ਼ਾਨ ਕੀਤੇ ਜਾਣ ਅਤੇ ਡਰਾਵਿਆਂ ਦਾ ਅਨੁਭਵ ਕੀਤਾ ਹੈ ਅਤੇ 2021 ਦੀਆਂ ਚੋਣਾਂ ਤੋਂ ਬਾਅਦ 8000 ਦੇ ਵਿੱਚੋਂ 741 ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਭਾਵੇਂ ਕ੍ਰਿਮੀਨਲ ਕੋਡ ਵਿੱਚ ਪਹਿਲਾਂ ਹੀ ਧਮਕੀਆਂ ਦੇਣ ਦੇ ਵਿਰੁੱਧ ਕਾਨੂੰਨ ਮੌਜੂਦ ਨੇ, ਪਰ ਲਾਫੋਰੈਸਟ ਨੇ ਕਿਹਾ ਹੈ ਕਿ ਨਾਗਰਿਕਾਂ ਦੁਆਰਾ ਸਿਆਸਤਦਾਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਭਾਸ਼ਾ ਨੂੰ ਹੱਲ ਕਰਨ ਲਈ ਹੋਰ ਉਪਾਵਾਂ ਦੀ ਲੋੜ ਹੈ। ਲਾਫੋਰੈਸਟ ਨੇ ਇੱਕ ਅਜਿਹੇ ਨਾਗਰਿਕ ਦੀ ਉਦਾਹਰਨ ਦਿੱਤੀ ਜੋ ਸਿਟੀ ਕੌਂਸਲ ਦੀ ਹਰ ਮੀਟਿੰਗ ਵਿੱਚ ਆਉਂਦਾ ਹੈ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵਿੱਚ ਵਾਧਾ ਹੋ ਸਕਦਾ ਹੈ, ਫਿਰ ਇਹ ਧਮਕੀ ਭਰੀਆਂ ਟਿੱਪਣੀਆਂ ਹੋ ਜਾਂਦੀਆਂ ਨੇ ਅਤੇ ਫਿਰ ਕਈ ਵਾਰ ਦੁਰਵਿਵਹਾਰ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸੀਂ ਕਾਰਵਾਈ ਕਰਨ ਦੇ ਹੁਣ ਯੋਗ ਹੋਵਾਂਗੇ। ਇਹ ਕਾਨੂੰਨ ਪੁਲਿਸ ਨੂੰ ਕਿਸੇ ਵੀ ਵਿਅਕਤੀ ਨੂੰ $50 ਅਤੇ $500 ਦੇ ਵਿਚਾਲੇ ਜੁਰਮਾਨਾ ਲਗਾਉਣ ਦੀ ਸ਼ਕਤੀ ਦੇਵੇਗਾ ਜੋ ਗਲਤ ਵਿਹਾਰ ਨਾਲ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਵਿਘਨ ਪਾਉਂਦੇ ਨੇ। ਕੋਈ ਵਿਅਕਤੀ ਜੋ ਕਿਸੇ ਮਿਊਨਿਸਪਲ ਜਾਂ ਸੂਬਾਈ ਸਿਆਸਤਦਾਨ ਨੂੰ ਇਸ ਤਰੀਕੇ ਨਾਲ ਧਮਕਾਉਂਦਾ ਹੈ, ਡਰਾਉਂਦਾ ਹੈ ਜਾਂ ਫਿਰ ਪਰੇਸ਼ਾਨ ਕਰਦਾ ਹੈ ਜੋ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਤੋਂ ਰੋਕ ਰਹੇ ਨੇ ਜਾਂ ਫਿਰ ਉਹਨਾਂ ਦੇ ਕੰਮ ਕਰਨ ਵਿੱਚ ਵਿਘਨ ਪਾਇਆ ਜਾ ਰਿਹਾ ਹੈ, ਤਾਂ ਉਸ ਅਧਿਕਾਰੀ ਦੀ ਸੁਰੱਖਿਆ ਲਈ ਇਸ ਵਿੱਚ ਚਿੰਤਾ ਪੈਦਾ ਹੁੰਦੀ ਹੈ। ਇਸ ਕਾਰਨ ਦੋਸ਼ੀ ਵਿਅਕਤੀ ਨੂੰ $500 ਤੋਂ $1500 ਦੇ ਵਿਚਾਲੇ ਜੁਰਮਾਨੇ ਦਾ ਹੁਣ ਸਾਹਮਣਾ ਕਰਨਾ ਪਵੇਗਾ। ਵੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਲਏ ਗਏ ਇਸ ਅਹਿਮ ਫੈਸਲੇ ਦਾ ਉਹਨਾਂ ਲੋਕਾਂ ਤੇ ਕੀ ਅਸਰ ਪੈਂਦਾ ਹੈ ਜੋ ਸਰਕਾਰ ਉੱਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਬੀਤੇ ਮਹੀਨੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਬਰੈਂਪਟਨ ਵਿੱਚ ਹੋਈ ਇੱਕ ਰੋਡ ਰੇਜ ਘਟਨਾ ਵਿੱਚ ਸ਼ਾਮਿਲ 4 ਨੌਜਵਾਨਾਂ ਦੀ ਭਾਲ ਕਰ ਰਹੇ ਸਨ। 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਇੱਕ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਫਰਾਰ ਸ਼ੱਕੀ ਨੌਜਵਾਨ ਹਰਮਨ ਸਿੰਘ ਸੰਬੰਧੀ ਜਾਣਕਾਰੀ ਦੇਣ ਲਈ ਲੋਕਾਂ ਤੋਂ ਮਦਦ ਮੰਗੀ ਹੈ। 27 ਮਾਰਚ ਨੂੰ ਲਗਭਗ ਸ਼ਾਮ ਦੇ 7:20 ਤੇ ਪੀੜਤ ਬਰੈਂਪਟਨ ਸਿਟੀ ਵਿੱਚ ਈਗਲ ਰਿਜ ਡਰਾਈਵ ਨੇੜੇ ਟੌਰਬ੍ਰਾਮ ਰੋਡ ਤੇ ਗੱਡੀ ਚਲਾ ਰਿਹਾ ਸੀ ਜਦੋਂ ਪਿੱਛੋਂ ਇੱਕ ਸੋਨੇ ਦੇ ਰੰਗ ਦੀ ਹੁੰਡਾਈ ਸੋਨਾਟਾ ਆਈ ਅਤੇ ਉਸ ਦੇ ਵਿੱਚ ਸਵਾਰ ਨੌਜਵਾਨਾਂ ਦੇ ਵੱਲੋਂ ਪੀੜਤ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਗਈ। ਬਹਿਸਬਾਜ਼ੀ ਤੋਂ ਬਾਅਦ 4 ਵਿਅਕਤੀਆਂ ਨੇ ਟੱਕਰ ਮਾਰੀ ਅਤੇ ਧਮਕੀਆਂ ਦਿੱਤੀਆਂ। ਪੀੜਤ ਦੀ ਗੱਡੀ ਦਾ ਨੁਕਸਾਨ ਕਰਨ ਦੇ ਵੀ ਦੋਸ਼ ਲਗਾਏ ਗਏ ਨੇ। ਖੁਸ਼ਕਿਸਮਤੀ ਦੇ ਨਾਲ ਪੀੜਤ ਅਤੇ ਉਸ ਦਾ ਪਰਿਵਾਰ ਬਾਲ-ਬਾਲ ਬਚ ਗਿਆ ਤੇ ਉਹਨਾਂ ਨੂੰ ਕੋਈ ਵੀ ਸੱਟਾਂ ਨਹੀਂ ਲੱਗੀਆਂ। 2 ਅਪ੍ਰੈਲ 2024 ਨੂੰ ਜਾਂਚਕਰਤਾਵਾਂ ਨੇ ਕੈਲਡਨ ਦੇ ਰਹਿਣ ਵਾਲੇ 23 ਸਾਲਾ ਰਮਨਪ੍ਰੀਤ ਮਸੀਹ, ਬਰੈਂਪਟਨ ਦੇ ਰਹਿਣ ਵਾਲੇ 28 ਸਾਲਾ ਸੌਰਵ ਅਤੇ ਕੈਲਡਨ ਦੇ ਰਹਿਣ ਵਾਲੇ 28 ਸਾਲਾ ਆਕਾਸ਼ਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇਹਨਾਂ ਦੇ ਉੱਤੇ ਸ਼ਰਾਰਤ ਕਰਨ ਦੇ ਅਤੇ ਧਮਕੀਆਂ ਦੇਣ ਦੇ ਦੋਸ਼ ਵੀ ਲਗਾਏ ਗਏ ਸਨ। ਹਾਲਾਂਕਿ ਇਸ ਮਾਮਲੇ ਦੇ ਵਿੱਚ 4 ਨੌਜਵਾਨ ਦੋਸ਼ੀ ਦੱਸੇ ਜਾ ਰਹੇ ਨੇ। ਚੌਥਾ ਨੌਜਵਾਨ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਜਦਕਿ ਬੀਤੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਸੀ। ਚੌਥੇ ਨੌਜਵਾਨ ਦੀ ਪਹਿਚਾਣ ਹਰਮਨ ਸਿੰਘ ਦੇ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਉਸ ਦਾ ਕੱਦ 6 ਫੁੱਟ ਦਾ ਹੈ ਅਤੇ ਉਸ ਦੇ ਚਿਹਰੇ ਤੇ ਛੋਟੇ ਵਾਲ ਨੇ। ਉਸ ਨੂੰ ਆਖਰੀ ਵਾਰ ਸਲੇਟੀ ਬੇਸਬਾਲ ਕੈਪ, ਕਾਲੇ ਜਾਰਡਨ 23 ਹੁੱਡੀ, ਗੂੜੇ ਰੰਗ ਦੀ ਪੈਂਟ ਅਤੇ ਲਾਲ ਅਤੇ ਚਿੱਟੇ ਲੋ ਟੌਪ ਜਾਰਡਨ ਸਨੀਕਰ ਪਹਿਨੇ ਹੋਏ ਵੇਖਿਆ ਗਿਆ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਫਿਰ ਪੁਲਿਸ ਨਾਲ ਸਾਂਝੀ ਕੀਤੀ ਜਾਵੇ। Investigators from the 21 Division Criminal Investigations Bureau are asking for your help in locating an outstanding road rage suspect. On Wednesday, March 27th, 2024, at approximately 7:20 p.m., a road rage incident occurred near Torbram Road and Eagle Ridge Drive in the city of Brampton. During the incident, 4 individuals exited a gold Hyundai Sonata and confronted the occupants of another vehicle. During that interaction, the occupants were threatened, their vehicle was kicked, and one of the suspects struck and broke their windshield before leaving the area. On Tuesday, April 2nd, 2024, investigators arrested and charged 3 individuals in connection to this incident. They were not forthcoming with information, and a 4th individual
the one seen damaging the windshield, remains at large and is evading police. He is known tentatively to investigators as Harman Singh. He is described as South Asian, 6 feet tall with short facial hair, and he was last seen wearing a gray baseball cap, a black Jordan 23 hoodie, dark colored pants, and red and white low-top Jordan sneakers. As investigators continue to pursue other leads and investigative avenues, we encourage this individual to seek legal counsel and turn himself into police. Anyone with information about this individual or his whereabouts is asked to contact the 21 Division Criminal Investigations Bureau by calling 905-453-3311, extension 2133. Anonymous information may also be submitted by calling Peel Crime Stoppers at 1-800-222-TIPS or by visiting peelcrimestoppers.ca. ਜ਼ਿਕਰਯੋਗ ਹੈ ਕਿ ਜਾਂਚਕਰਤਾ ਲਗਾਤਾਰ ਸ਼ੱਕੀ ਦੀ ਭਾਲ ਕਰ ਰਹੇ ਨੇ ਜੋ ਮੁੱਖ ਦੋਸ਼ੀ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਫਰਾਰ ਹੈ, ਉਸ ਨੂੰ ਕਾਨੂੰਨੀ ਸਲਾਹ ਲੈਣ ਲਈ ਜਾਂ ਫਿਰ ਆਤਮ ਸਮਰਪਣ ਕਰਨ ਲਈ ਵੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ। ਅਲਬਰਟਾ ਦੀ ਸਿਹਤ ਮੰਤਰੀ ਐਂਡਰੀਆਨਾ ਲੌਂਗਰੇਂਜ ਨੇ ਐਮਰਜੈਂਸੀ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣ ਅਤੇ ਈਐਮਐਸ ਕਰਮਚਾਰੀਆਂ ਦੀ ਸਹਾਇਤਾ ਲਈ ਫੰਡਿੰਗ ਦੀ ਘੋਸ਼ਣਾ ਕੀਤੀ। ਬਜਟ 2024 ਐਮਰਜੈਂਸੀ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣ, ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਸਮਰੱਥਾ ਵਧਾਉਣ ਅਤੇ ਪੂਰੇ ਸੂਬੇ ਵਿੱਚ ਪੈਰਾ ਮੈਡੀਕਲ ਕਰਮਚਾਰੀਆਂ ਦੀ ਸਹਾਇਤਾ ਕਰਨ ਵਿੱਚ ਨਿਵੇਸ਼ ਕਰਦਾ ਹੈ। ਈਐਮਐਸ ਵਾਹਨ ਕੈਪੀਟਲ ਪ੍ਰੋਗਰਾਮ ਵਿੱਚ ਇੰਟਰ ਫੈਸਿਲਿਟੀ ਟ੍ਰਾਂਸਫਰ ਲਈ ਨਵੇਂ ਇਕਰਾਰਨਾਮੇ ਅਤੇ ਇੱਕ ਸੁਤੰਤਰ 에ਅਰ ਐਂਬੂਲੈਂਸ ਸਮੀਖਿਆ ਅਤੇ ਪੈਰਾਮੈਡਿਕ ਵਰਕਫੋਰਸ ਅਧਿਐਨ ਲਈ ਇੱਕ ਵਾਧੂ $25 ਮਿਲੀਅਨ ਨਿਵੇਸ਼ ਸ਼ਾਮਿਲ ਹੈ। ਅਲਬਰਟਾ ਦੀ ਸਰਕਾਰ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੂਬੇ ਦੇ ਹਰ ਕੋਨੇ ਵਿੱਚ ਅਲਬਰਟਾ ਵਾਸੀਆਂ ਦੀ ਉਹਨਾਂ ਨੂੰ ਲੋੜੀਂਦੀ ਸਿਹਤ ਦੇਖਭਾਲ ਤੱਕ ਪਹੁੰਚ ਮਿਲ ਸਕੇ ਜਦੋਂ ਉਹਨਾਂ ਨੂੰ ਇਸ ਦੀ ਲੋੜ ਹੋਵੇ। ਇਸ ਵਿੱਚ ਐਮਰਜੈਂਸੀ ਸੇਵਾਵਾਂ ਤੱਕ ਸਮੇਂ ਸਿਰ ਪਹੁੰਚ ਅਤੇ ਜਾਨਾਂ ਬਚਾਉਣ ਅਤੇ ਸਿਹਤ ਨਤੀਜਿਆਂ ਵਿੱਚ ਸੁਧਾਰ ਲਈ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸ਼ਾਮਿਲ ਹੈ। ਜਿੰਨੀ ਜਲਦੀ ਹੋ ਸਕੇ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨ ਦਾ ਇੱਕ ਨਾਜ਼ੁਕ ਪਹਿਲੂ ਮਰੀਜ਼ਾਂ ਨੂੰ ਸਿਹਤ ਦੇਖਰੇਖ ਸਹੂਲਤਾਂ ਤੱਕ ਪਹੁੰਚਾਉਣ ਲਈ ਵਾਹਨਾਂ ਦੇ ਇੱਕ ਚੰਗੀ ਤਰ੍ਹਾਂ ਲੈਸ ਅਤੇ ਆਧੁਨਿਕ ਫਲੀਟ ਨੂੰ ਕਾਇਮ ਰੱਖਣਾ ਹੈ। ਐਮਰਜੈਂਸੀ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਬਜਟ 2024 EMS ਵਹੀਕਲਸ ਕੈਪੀਟਲ ਪ੍ਰੋਗਰਾਮ ਨੂੰ 3 ਸਾਲਾਂ ਵਿੱਚ $35 ਮਿਲੀਅਨ ਦੇ ਕੁੱਲ ਨਿਵੇਸ਼ ਲਈ ਵਾਧੂ $25 ਮਿਲੀਅਨ ਪ੍ਰਦਾਨ ਕਰੇਗਾ। Albertans deserve an EMS system that is equipped to meet their needs, which is why, as part of Budget 2024, Alberta's government is allocating funds towards reducing emergency response times. With an additional $25 million allocated to the Emergency Medical Services EMS Vehicle Capital Program, part of a total investment of $35 million over 3 years, we are bolstering our emergency response capabilities. So this funding will support the replacement of EMS vehicles at the end of their life cycles and ensure existing vehicles are adequately maintained and equipped to meet the diverse needs of both urban and rural communities. So these investments are pivotal in enhancing system capacity, stability, and response times. They also provide our dedicated EMS practitioners with the necessary resources to continue delivering exceptional care to Albertans in need, further solidifying our commitment to deliver timely and accessible healthcare services. ਦੱਸ ਦਈਏ ਕਿ ਇਹ ਫੰਡਿੰਗ ਉਹਨਾਂ ਐਮਰਜੈਂਸੀ ਮੈਡੀਕਲ ਸਰਵਿਸਿਜ਼ ਵਾਹਨਾਂ ਨੂੰ ਬਦਲਣ ਵਿੱਚ ਸਹਾਇਤਾ ਕਰੇਗੀ ਜੋ ਉਹਨਾਂ ਦੇ ਜੀਵਨ ਚੱਕਰ ਦੇ ਅੰਤ ਵਿੱਚ ਪਹੁੰਚ ਚੁੱਕੇ ਨੇ ਤੇ ਇਹ ਸੁਨਿਸ਼ਚਿਤ ਕਰਨਗੇ ਕਿ ਇਨ ਸਰਵਿਸ ਵਾਹਨਾਂ ਨੂੰ ਸ਼ਹਿਰੀ ਅਤੇ ਪੇਂਡੂ ਅਲਬਰਟਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਚਿਤ ਢੰਗ ਨਾਲ ਰੱਖ-ਰਖਾਅ, ਅਪਡੇਟ ਅਤੇ ਵਾਧੂ ਉਪਕਰਨ ਪ੍ਰਦਾਨ ਕੀਤੇ ਗਏ ਨੇ। ਅਲਬਰਟਾ EMS ਪ੍ਰੋਵਿੰਸ਼ੀਅਲ ਐਡਵਾਈਜ਼ਰੀ ਕਮੇਟੀ ਦੀਆਂ ਸਿਫਾਰਸ਼ਾਂ ਇਸ ਸਮੀਖਿਆ ਅਤੇ ਅਧਿਐਨ ਸਰਕਾਰ ਨੂੰ ਅਲਬਰਟਾ ਦੇ 에ਅਰ ਐਂਬੂਲੈਂਸ ਫਲੀਟ ਅਤੇ ਪੈਰਾਮੈਡੀਕਲ ਕਰਮਚਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਵਿੱਚ ਸਹਾਇਤਾ ਕਰੇਗਾ। ਪ੍ਰਾਪਤ ਜਾਣਕਾਰੀ ਕਵਰੇਜ, ਪ੍ਰਤੀਕਿਰਿਆ ਦੇ ਸਮੇਂ ਅਤੇ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਫੋਕਸ ਕਰਨ ਲਈ ਸਹਿਯੋਗੀ ਯਤਨਾਂ ਨੂੰ ਅਨੁਕੂਲ ਬਣਾਉਣ ਲਈ ਸਹਾਇਕ ਹੋਵੇਗੀ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਲਬਰਟਾ ਵਾਸੀਆਂ ਨੂੰ ਵਧੇਰੇ ਪ੍ਰਭਾਵੀ ਦੇਖਭਾਲ ਅਤੇ ਬਿਹਤਰ ਫਰੰਟਲਾਈਨ ਸੇਵਾ ਪ੍ਰਦਾਨ ਕਰਨ ਤੱਕ ਪਹੁੰਚ ਪ੍ਰਾਪਤ ਹੋ ਸਕੇ। ਪ੍ਰੀਮੀਅਰ ਡੈਨੀਅਲ ਸਮਿਥ ਅਤੇ ਮਿਊਨਿਸਪਲ ਅਫੇਅਰਜ਼ ਮੰਤਰੀ ਰਿਕ ਮੈਕਆਇਰ ਨੇ ਫੈਡਰਲ ਸਰਕਾਰ ਅਤੇ ਸੂਬਾਈ ਸੰਸਥਾਵਾਂ ਵਿਚਕਾਰ ਸਮਝੌਤਿਆਂ ਨੂੰ ਸੰਬੋਧਿਤ ਕਰਨ ਵਾਲਾ ਕਾਨੂੰਨ ਪੇਸ਼ ਕੀਤਾ ਹੈ। ਅਲਬਰਟਾ ਫੈਡਰਲ ਸਰਕਾਰ ਨਾਲ ਸਮਝੌਤਿਆਂ ਨੂੰ ਦਾਖਲ ਕਰਨ, ਸੋਧਣ, ਵਧਾਉਣ ਜਾਂ ਨਵਿਆਉਣ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਇਕਾਈਆਂ ਨੂੰ ਮਨਜ਼ੂਰੀ ਲੈਣ ਦੀ ਲੋੜ ਵਾਲਾ ਕਾਨੂੰਨ ਲਿਆ ਰਹੀ ਹੈ। ਪ੍ਰੋਵਿੰਸ਼ੀਅਲ ਪ੍ਰਾਇਓਰਟੀਜ਼ ਐਕਟ 2024 ਦੀ ਸ਼ੁਰੂਆਤ ਅਲਬਰਟਾ ਦੀ ਸਰਕਾਰ ਨੂੰ ਸੂਬਾਈ ਅਧਿਕਾਰ ਖੇਤਰ ਦੇ ਖੇਤਰਾਂ ਵਿੱਚ ਸੰਘੀ ਸਰਕਾਰ ਦੀ ਲਗਾਤਾਰ ਵਧ ਰਹੀ ਪਹੁੰਚ ਨੂੰ ਪਿੱਛੇ ਧੱਕਣ ਵਿੱਚ ਸਹਾਇਤਾ ਕਰੇਗੀ।
ਐਲਬਰਟਾ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਫੈਡਰਲ ਫੰਡਿੰਗ ਪ੍ਰਾਂਤ ਦੇ ਹਿੱਤਾਂ ਦੇ ਉਲਟ ਤਰਜੀਹਾਂ ਦੀ ਬਜਾਏ ਸੂਬਾਈ ਤਰਜੀਹਾਂ ਨਾਲ ਇਕਸਾਰ ਹੋਵੇ। ਕਾਨੂੰਨ ਦੇ ਤਹਿਤ ਫੈਡਰਲ ਸਰਕਾਰ ਅਤੇ ਸੂਬਾਈ ਸੰਸਥਾਵਾਂ, ਨਗਰਪਾਲਿਕਾਵਾਂ ਸਮੇਤ ਜਿਨ੍ਹਾਂ ਨੂੰ ਸੂਬਾਈ ਮਨਜ਼ੂਰੀ ਨਹੀਂ ਮਿਲੀ, ਉਨ੍ਹਾਂ ਵਿਚਾਲੇ ਸਮਝੌਤੇ ਅਵੈਧ ਹੋਣਗੇ। ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਕਿੰਨਾ ਚੀਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ ਪਰ ਉਹ ਇਸ ਦੇ ਬਾਵਜੂਦ ਕਿੰਨਾ ਚੀਜ਼ਾਂ ਨੂੰ ਤਰਜੀਹ ਦੇ ਰਹੇ ਨੇ। Now, let's be clear, when we talk about federal funding, we mean money that comes from Canadian taxpayers. For much of our recent history, Albertans have paid far more in federal taxes than we get back in federal programs and transfers. Even during the last economic downturn, one of the worst in our history, we were still the largest net contributor to federal finances. And yet we consistently receive less than our provincial neighbours in per capita funding. And when we do receive funding, those federal dollars come with ideological strings attached, offering funding on its own terms, bypassing the provinces, and forcing municipalities to dance to Ottawa's tune, like funding for so-called safe supply, or electric buses that don't work, or solar and wind projects when we need reliable baseload power, or what we're seeing with the games being played over the Housing Accelerator funds. In other cases, Ottawa ignores programs already in place and wastefully spends on duplicative programs like pharmacare and dental care, when what we really need is envelope funding to expand existing provincial programs that already exist in these areas. Funding for what Alberta's priorities are that we need. Federal interference, we don't. Ottawa should be staying in its own lane. But at the end of the day, I think I know what's happening. Justin Trudeau has said his job is boring. Well, I'll suggest that's because he doesn't actually know what his job is, and therefore he isn't doing it. Because if he were doing his job, he wouldn't have enough time to meddle in my ability to do my job and the ability of other premiers to do their jobs. So here is a partial list of the things he and his government are not doing that they could and should do instead of interfering in provincial matters. ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਅਲਬਰਟਾ ਦੀ ਸਰਕਾਰ ਨੂੰ ਸੜਕਾਂ, ਬੁਨਿਆਦੀ ਢਾਂਚੇ, ਰਿਹਾਇਸ਼ ਅਤੇ ਹੋਰ ਤਰਜੀਹਾਂ ਦੀ ਗੱਲ ਕਰਨ ਦੇ ਫੰਡਿੰਗ ਦਾ ਉਚਿਤ ਹਿੱਸਾ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਇਹ ਰਿਹਾਇਸ਼ ਨਾਲੋਂ ਕਿਤੇ ਵੱਧ ਸਪਸ਼ਟ ਨਹੀਂ ਹੈ। ਗਰਮੀਆਂ 2023 ਵਿੱਚ ਅਲਬਰਟਾ ਨੂੰ ਦੇਸ਼ ਦੀ ਆਬਾਦੀ ਦਾ 12% ਹੋਣ ਦੇ ਬਾਵਜੂਦ ਅਤੇ ਹੁਣ ਤੱਕ ਸਭ ਤੋਂ ਤੇਜ਼ੀ ਨਾਲ ਆਬਾਦੀ ਵਾਧੇ ਦੇ ਬਾਵਜੂਦ ਸੰਘੀ ਹਾਊਸਿੰਗ ਫੰਡਾਂ ਵਿੱਚ ਕੁੱਲ $1.5 ਬਿਲੀਅਨ ਦਾ ਸਿਰਫ 2.5% ਪ੍ਰਾਪਤ ਹੋਇਆ ਹੈ। ਇਹ ਕਾਨੂੰਨ ਫਾਰਮਾਕੇਅਰ ਅਤੇ ਦੰਦਾਂ ਦੀ ਦੇਖਭਾਲ ਵਰਗੇ ਡੁਪਲੀਕੇਟਿਵ ਪ੍ਰੋਗਰਾਮਾਂ ਦੇ ਟੈਕਸ ਦਾਤਾਵਾਂ ਦੇ ਡਾਲਰਾਂ ਦੀ ਬਰਬਾਦੀ ਨੂੰ ਰੋਕਣ ਲਈ ਵੀ ਕੰਮ ਕਰੇਗਾ, ਜਦੋਂ ਸੂਬੇ ਨੂੰ ਅਸਲ ਵਿੱਚ ਇਨ੍ਹਾਂ ਖੇਤਰਾਂ ਵਿੱਚ ਮੌਜੂਦਾ ਸੂਬਾਈ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਲਈ ਲਿਫਾਫੇ ਫੰਡਿੰਗ ਦੀ ਲੋੜ ਹੈ। ਕੈਨੇਡਾ ਦੇ ਭਾਰਤ ਵਿਚਾਲੇ ਹਰਦੀਪ ਨਿੱਜਰ ਦੀ ਮੌਤ ਦੇ ਜਾਂਚ ਮਾਮਲੇ ਦੌਰਾਨ ਤਣਾਅ ਵਧੇ ਸਨ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਤੇ ਹੁਣ ਕੈਨੇਡਾ ਨੇ ਭਾਰਤ ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾਂ ਲਈ ਤਾਇਨਾਤ ਭਾਰਤੀ ਸਟਾਫ ਦੀ ਗਿਣਤੀ ਵਿੱਚ ਕਮੀ ਕਰ ਦਿੱਤੀ ਹੈ ਤੇ 3 ਥਾਵਾਂ ਤੇ ਮੌਜੂਦ ਆਪਣੇ ਕੰਸੂਲੇਟਾਂ ਨੂੰ ਵੀ ਬੰਦ ਕਰ ਦਿੱਤਾ ਹੈ। ਕੈਨੇਡਾ ਨੇ ਭਾਰਤ ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾਂ ਤੋਂ ਭਾਰਤੀ ਸਟਾਫ ਦੀ ਗਿਣਤੀ ਨੂੰ ਘਟਾ ਦਿੱਤਾ ਹੈ। ਪਿਛਲੇ ਸਾਲ ਭਾਰਤ ਸਰਕਾਰ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਭਾਰਤ 'ਚ ਸਾਡੇ ਡਿਪਲੋਮੈਟਾਂ ਦੀ ਗਿਣਤੀ ਘੱਟ ਹੈ ਤਾਂ ਸਾਨੂੰ ਉਹਨਾਂ ਲਈ ਤਾਇਨਾਤ ਸਟਾਫ ਨੂੰ ਵੀ ਘੱਟ ਕਰਨਾ ਪਵੇਗਾ। ਡਿਪਲੋਮੈਟਾਂ ਦੀ ਗਿਣਤੀ ਘਟਾਉਣ ਦੇ ਭਾਰਤ ਦੇ ਆਦੇਸ਼ ਤੋਂ ਬਾਅਦ ਹੀ ਕੈਨੇਡਾ ਨੇ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਦੇ ਵਿੱਚ ਸਥਿਤ ਆਪਣੇ ਕੰਸੂਲੇਟਾਂ ਨੂੰ ਵੀ ਬੰਦ ਕਰ ਦਿੱਤਾ ਹੈ। ਹਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਕੈਨੇਡਾ ਵੱਲੋਂ ਕਿੰਨੇ ਭਾਰਤੀ ਸਟਾਫ ਨੂੰ ਹਟਾਇਆ ਗਿਆ ਹੈ, ਪਰ ਇਹ ਗਿਣਤੀ 100 ਤੱਕ ਦੱਸੀ ਜਾ ਰਹੀ ਹੈ। ਸਟਾਫ ਦੀ ਕਟੌਤੀ ਦੀ ਪੁਸ਼ਟੀ ਕਰਦਿਆਂ ਕੈਨੇਡੀਅਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਭਾਵੇਂ ਮੁਸ਼ਕਲ ਫੈਸਲਾ ਹੈ, ਪਰ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਕਰਨਾ ਪਿਆ ਹੈ। ਹਾਲਾਂਕਿ ਉਹਨਾਂ ਨੇ ਇੱਕ ਗੱਲ ਸਪਸ਼ਟ ਤੌਰ ਤੇ ਵੀ ਕਹਿ ਦਿੱਤੀ ਹੈ ਕਿ ਭਾਰਤ ਵਿੱਚ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਪਹਿਲਾਂ ਵਾਂਗੂ ਹੀ ਚੱਲਦੇ ਰਹਿਣਗੇ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਕੈਨੇਡਾ ਭਾਰਤ ਵਿੱਚ ਆਪਣੇ ਸਥਾਨਕ ਸਟਾਫ ਦਾ ਵੀ ਧੰਨਵਾਦੀ ਹੈ ਕਿ ਉਹਨਾਂ ਨੇ ਇੰਨੇ ਲੰਮੇ ਸਮੇਂ ਤੱਕ ਪੂਰੀ ਲਗਨ ਅਤੇ ਇਮਾਨਦਾਰੀ ਦੇ ਨਾਲ ਕੈਨੇਡੀਅਨ ਐਮਬੈਸੀ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕੈਨੇਡਾ ਭਾਰਤ ਵਿੱਚ ਕੈਨੇਡੀਅਨਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਵੀ ਤਿਆਰ ਰਹੇਗਾ ਅਤੇ ਵੀਜ਼ਾ ਕੇਂਦਰ ਵੀ ਚੱਲਦੇ ਹੀ ਰਹਿਣਗੇ। ਭਾਰਤ ਦੇ ਨਾਲ ਕੂਟਨੀਤਿਕ ਸੰਬੰਧਾਂ ਦੇ ਵਿੱਚ ਤਣਾਅ ਆਉਣ ਦੇ ਬਾਵਜੂਦ ਵੀ ਕੈਨੇਡਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਦਾ ਹੈ ਤੇ ਕਰਦਾ ਰਹੇਗਾ। ਭਾਰਤੀਆਂ ਦਾ ਪੜ੍ਹਾਈ ਲਿਖਾਈ, ਨੌਕਰੀ ਜਾਂ ਫਿਰ ਪੱਕੀ ਰਿਹਾਇਸ਼ ਲਈ ਕੈਨੇਡਾ ਆਉਣ ਤੇ ਸਵਾਗਤ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਭਾਰਤੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਉਦੇਸ਼ ਇਹ ਨਹੀਂ ਹੈ ਕਿ ਕੈਨੇਡਾ ਭਾਰਤ ਵਿੱਚ ਆਪਣੇ ਵਣਜ ਦੂਤ ਘਰ ਬੰਦ ਕਰ ਦੇਵੇ, ਬਲਕਿ ਕੈਨੇਡਾ ਦਾ ਉਦੇਸ਼ ਹੈ ਕਿ ਡਿਪਲੋਮੈਟਾਂ ਦੀ ਗਿਣਤੀ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ। ਦੱਸ ਦਈਏ, ਕੈਨੇਡਾ ਦਾ ਸਟਾਫ ਭਾਰਤ ਵਿੱਚ ਤੈਅ ਸੀਮਾ ਤੋਂ ਵੱਧ ਸੀ, ਇਸ ਲਈ 41 ਲੋਕਾਂ ਨੂੰ ਵਾਪਸ ਭੇਜਣ ਦੇ ਆਦੇਸ਼ ਦਿੱਤੇ ਗਏ ਸਨ। ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਤੇ ਭਾਰਤ ਦੇ ਸੰਬੰਧਾਂ ਵਿੱਚ ਕੀ ਸੁਧਾਰ ਹੁੰਦਾ ਹੈ ਤੇ ਕਿੰਨੀ ਕੁ ਮਿਠਾਸ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲੇਗੀ। ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਖੁਸ਼ਖਬਰੀ, ਕਰਜ਼ਾ ਉਤਾਰਨ ਦੀ ਮਿਆਦ ਕੀਤੀ ਗਈ 30 ਸਾਲ। ਸਿਆਸਤਦਾਨਾਂ ਨੂੰ ਧਮਕੀਆਂ ਦੇਣ ਵਾਲਿਆਂ ਦੀ ਨਹੀਂ ਹੋਵੇਗੀ ਖੈਰ, ਅਦਾਲਤੀ ਫਰਮਾਨ ਹੋਣਗੇ ਜਾਰੀ ਜਾਂ ਫਿਰ $1500 ਜੁਰਮਾਨਾ। ਬਰੈਂਪਟਨ ਰੋਡ ਰੇਜ ਮਾਮਲੇ ਦਾ ਮੁੱਖ ਦੋਸ਼ੀ ਹਜੇ ਵੀ ਫਰਾਰ, ਹਰਮਨ ਸਿੰਘ ਦੀ ਤਲਾਸ਼ ਵਿੱਚ ਜੁਟੀ ਪੀਲ ਪੁਲਿਸ। ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਲੈ ਕੇ ਸਰਕਾਰ ਦਾ ਐਲਾਨ, ਬਜਟ 2024 ਦੇ ਰਾਹੀਂ ਕੀਤਾ ਜਾ ਰਿਹਾ ਹੈ $25 ਮਿਲੀਅਨ ਦਾ ਨਿਵੇਸ਼। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।